यादां पंजाबियां दी पूरी टीम वालों अज असीं सोनू चट्ठा उन्हां दा बहुत धन्नवाद करदे हां। उन्हां दे स्टूडियो विच सानूं मौका मिलिया। पंजाब दे बहुत ही मशहूर पुराने जमाने की अजकल की आने वाली जनरेशन भी जिन्होंने हमेशा याद रखेगी मोहम्मद सदीक उन्होंने वाला सानूं मौका मिला कुछ वक्त गुजारने का। सदीक साहब तुहाडा बहुत बहुत शुक्रिया यादां पंजाब दे लिए बहुत बहुत धन्यवाद। सो सदीक साहब तुसीं मैनूं इंज लगदा है कि साडी पंजाबी गायकी दे विचों एक तुसीं ही होवोगे इस वक्त दे पुराने गायकां दे विचों जो कि गा रहे हो जी, ठीक है नहीं। सो तुसीं किहड़े साल विच पहला गाना शुरू कीता सीगा? कंदोला साहब सब तो पहले तो मैं यादां पंजाब दियां चैनल देखने वाले और सुनने वाले सब तो पहला मैं सिर नवा के सत श्री अकाल कहना। उस तो मगरों आप जी के सवाल का जो जवाब है वो ये भी सन 62 के विच मेरी पहली रिकॉर्डिंग हुई सी। सन 62 में ही मैं गीत सिलेक्ट हो गया सी। 62 ਦੇ ਵਿੱਚ हाँ जी, ਹੁਣ ਤੁਸੀਂ ਦੇਖ ਲਓ ਕਿੰਨਾ ਕੁ ਚਿਰ ਹੋ ਗਿਆ। ਬਹੁਤ ਵਧੀਆ। ਸੋ ਤੁਹਾਡਾ ਜਿਹੜੇ ਉਸ ਜ਼ਮਾਨੇ ਦੇ ਵਿੱਚ ਸੀਗੇ ਐਲਪੀ ਰਿਕਾਰਡ ਵਗੈਰਾ ਆਉਂਦੇ ਸੀਗੇ ਜਿਵੇਂ ਉਹ ਤਵੇ ਘੁੰਮ हाँ जी, ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਐਲਪੀ ਨਹੀਂ ਸੀ ਹੁੰਦੇ, ਉਦੋਂ ਐਸਪੀ ਰਿਕਾਰਡ ਹੁੰਦਾ ਸੀ, ਸਿੰਗਲ ਪਲੇ ਰਿਕਾਰਡ। ਹਾਂਜੀ। ਉਸ ਤੋਂ ਮਗਰੋਂ ਈਪੀ ਰਿਕਾਰਡ ਬਣੇ, ਐਕਸਟੈਂਡਡ ਪਲੇ। ਠੀਕ ਹੈ। ਹੈ ਜੀ। ਫਿਰ ਸੁਪਰ 7 ਜਿਹਦੇ 'ਚ 6 ਗੀਤ ਹੁੰਦੇ ਸੀਗੇ। ਹਾਂਜੀ। ਉਸ ਤੋਂ ਮਗਰੋਂ ਐਲਪੀ ਬਣਨੇ ਸ਼ੁਰੂ ਹੋਏ। ਠੀਕ ਹੈ। ਸਾਡੇ ਵੇਲੇ ਪੱਥਰ ਦੇ ਰਿਕਾਰਡ ਹੁੰਦੇ ਸੀ। ਠੀਕ ਹੈ। ਸੋ ਤੁਸੀਂ ਕਿਸ ਕੰਪਨੀ ਦੇ ਨਾਲ ਤੁਸੀਂ ਪਹਿਲਾਂ ਆਪਣੀ ਅਲਬਮ ਕਰਨੀ ਸੀਗੀ? ਕੰਦੋਲਾ ਸਾਹਿਬ ਕੰਪਨੀ ਪੰਜਾਬ 'ਚ ਕੀ ਸਾਰੇ ਹਿੰਦੁਸਤਾਨ 'ਚ ਇੱਕੋ ਹੀ ਸੀ ਉਸ ਸਮੇਂ? ਜੀ ਹਾਂ, ਉਹਦੀ ਮੋਨੋਪੋਲੀ ਸੀ। ਹਿਜ਼ ਮਾਸਟਰ ਸਵੈਚ ਕੰਪਨੀ HMD ਉਹਨੂੰ ਕਹਿੰਦੇ ਸੀ। ਹਾਂਜੀ। ਉਹ ਮਤਲਬ 65 ਮੁਲਕਾਂ ਦੀ ਕੰਪਨੀ ਸੀ। ਉਹਦਾ ਹੈਡਕੁਆਟਰ ਇੰਗਲੈਂਡ ਵਿੱਚ ਲੰਡਨ ਸੀਗਾ। ਹਾਂਜੀ। ਹੈ ਜੀ। ਹਾਂਜੀ। ਤੇ ਆਪਣੇ ਉਹਦੇ ਚਾਰੇ ਜ਼ੋਨਾਂ 'ਚ ਕਲਕੱਤੇ ਵੀ, ਦਿੱਲੀ ਵੀ, ਚੇਨਈ ਵੀ ਤੇ ਮੁੰਬਈ ਵੀ ਉਹਦੇ ਦਫ਼ਤਰ ਹੁੰਦੇ ਸੀਗੇ। ਵੈਸੇ ਇਹਨਾਂ ਦੀ ਜਿਹੜੀ ਫੈਕਟਰੀ ਸੀ ਰਿਕਾਰਡਿੰਗ ਮੈਨੂਫੈਕਚਰਿੰਗ ਦੀ ਉਹ ਡਮ ਕਲਕੱਤਾ ਵਿੱਚ ਸੀ। ਠੀਕ ਹੈ। ਤੇ ਸਾਡੀ ਰਿਕਾਰਡਿੰਗ ਜਿਹੜੀ ਹੁੰਦੀ ਸੀ ਇੱਧਰ ਨਾਰਥ ਜ਼ੋਨ ਦੀ ਉਹ ਦਿੱਲੀ 'ਚ ਹੋਇਆ ਕਰਦੀ ਸੀ। ਠੀਕ ਹੈ। ਠੀਕ ਹੈ। ਤਾਂ ਤੁਸੀਂ ਜਿਹੜੀ ਤੁਹਾਨੂੰ ਤੁੰਬੀ ਦਾ ਬਾਦਸ਼ਾਹ ਵੀ ਕਿਹਾ ਜਾਂਦਾ, ਇਸ ਦੇ ਵਿੱਚ ਕੀ ਰਾਜ ਹੈ? ਕੰਦੋਲਾ ਸਾਹਿਬ ਗੱਲ ਇਹ ਹੈ ਅੱਜ ਕੱਲ੍ਹ ਸਟੇਜ ਦੇ ਉੱਤੇ ਕੁਝ ਜ਼ਿਆਦਾ ਕਹਿਣ ਦਾ, ਵਧਾ ਚੜਾ ਕੇ ਕਹਿਣ ਦਾ ਰਿਵਾਜ ਬਣਿਆ ਹੋਇਆ। ਹਾਂਜੀ। ਫਲਾਣਾ ਬਾਦਸ਼ਾਹ ਹੈ, ਫਲਾਣਾ ਵਜ਼ੀਰ ਹੈ, ਫਲਾਣਾ ਨਹੀਂ ਇਹ ਤਾਂ ਦੇਖੋ ਇਹਦਾ ਮੈਂ ਇੱਕ ਵਿਊਰ ਦੀ ਜਿਹੜੀ ਆਵਾਜ਼ ਹੈ ਨਾ ਜੀ, ਤੁਹਾਡੇ ਨਾਲ ਅੱਜ ਮੇਰੀ ਪਹਿਲੀ ਮੁਲਾਕਾਤ ਹੋ ਰਹੀ ਹੈ ਜੀ, ਪਰ ਜੋ ਪਬਲਿਕ ਕਹਿੰਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਤੁੰਬੀ ਵਜਾਉਂਦੇ ਹੋ ਮਤਲਬ ਸੁਪਰ ਹੈ। ਕੰਦੋਲਾ ਸਾਹਿਬ ਮੈਂ ਬੇਨਤੀ ਕਰਦਾ ਕਿ ਮੈਂ ਆਪਣੇ ਗੀਤਾਂ ਦੀ ਕੰਪੋਜੀਸ਼ਨ ਆਪ ਕਰਦਾ ਸੀਗਾ। ਹਾਂਜੀ। ਔਰ ਮੈਂ ਕੰਪੋਜੀਸ਼ਨ ਜਿਹੜੀ ਬਣਾਉਂਦਾ ਸੀਗਾ ਮੈਂ ਉਸ ਦਾਇਰੇ 'ਚ ਬਣਾਉਂਦਾ ਸੀ ਜਿੰਨੇ ਕੁ ਦਾਇਰੇ ਦੇ ਵਿੱਚ ਤੁੰਬੀ ਦੇ ਸਵਰ ਲੱਗ ਸਕਣ, ਜਿਹੜੀ ਤੁੰਬੇ ਤੋਂ ਤਰਜ਼ ਵੱਜ ਸਕੇ। ਉਹਦੇ ਵਿੱਚ ਫਿਰ ਲੋਕਾਂ ਨੂੰ ਅਚੰਭੇ ਵਾਲੀ ਗੱਲ ਇਹ ਸੀ ਵੀ ਜਦੋਂ ਤੁੰਬੀ ਨੇ ਕੁਝ ਕਹਿ ਜਾਣਾ ਜਿਹੜਾ ਬਾਅਦ 'ਚ ਕਹਿੰਦਾ ਸੀਗਾ ਉਹਨੇ ਕਹਿਣਾ ਯਾਰ ਫਲਾਣਾ ਗੀਤ ਹੈ। ਮੇਰੀ ਜਿਹੜੀ ਕੰਪੋਜੀਸ਼ਨ ਹੁੰਦੀ ਸੀ ਨਾ ਉਹ ਇਸ ਕਿਸਮ ਦੀਆਂ ਹੁੰਦੀਆਂ ਸੀਗੀਆਂ ਬਈ ਪਹਿਲਾਂ ਮੈਂ ਬੁਝਾ ਦੇਣੀ ਹੈ ਜੀ ਤੇ ਲੋਕਾਂ ਨੂੰ ਸਮਝ ਆਉਣਾ ਵੀ ਫਲਾਣਾ ਹੀ ਗੀਤ ਹੈ। ਤਾਂ ਉਹਦੀ ਚਲੋ ਮਸ਼ਹੂਰ ਹੀ ਹੋ ਗਈ ਕਿਉਂਕਿ ਲੋਕ ਵਿਚਾਰੇ ਪਿੰਡਾਂ ਦੇ ਲੋਕ ਸਧਾਰਨ ਕਿਸਮ ਦੇ ਲੋਕ ਹੁੰਦੇ ਨੇ। ਔਰ ਉਦੋਂ ਮੈਂ ਤੁਹਾਨੂੰ ਦੱਸਿਆ ਵੀ ਜ਼ਿਆਦਾ ਕੰਪਨੀਆਂ ਨਹੀਂ ਸੀ, ਕੰਪੀਟੀਸ਼ਨ ਨਹੀਂ ਸੀਗਾ। ਹੈ ਜੀ। ਕੁਝ ਵੀ ਐਸਾ ਨਹੀਂ ਸੀਗਾ ਵੀ ਜਿਹੜਾ ਖਹਿ ਕੇ ਅੱਗੇ ਆਉਣਾ ਪਵੇ। ਇੰਨੇ ਸੀਗਾ ਜਿਹੜਾ ਜ਼ਰਾ ਚੰਗਾ ਕਰ ਦੇਣਾ ਹੈ ਜੀ ਉਹਨੂੰ ਲੋਕ ਹੱਥ ਉੱਤੇ ਚੱਕ ਲੈਂਦੇ ਸੀ। ਉਹਨਾਂ ਵੇਲੇ ਅਸੀਂ ਰਿੰਡ ਪ੍ਰਧਾਨ ਹੁੰਦੇ ਸੀ। ਕਿਤੇ ਕੋਈ ਦਰਖਤ ਨਹੀਂ ਉੱਥੇ ਰਿੰਡ ਪ੍ਰਧਾਨ। ਠੀਕ ਹੈ ਸਦੀਕ ਸਾਹਿਬ, ਤੁਹਾਡੇ ਤੁਸੀਂ ਦੁਗਾਣੇ ਦੇ ਵੀ ਬਹੁਤ ਮਸ਼ਹੂਰ ਹੋ ਪੰਜਾਬ ਦੇ ਵਿੱਚ। ਸੋ ਕੀ ਜਿਹੜੇ ਦੁਗਾਣੇ ਸੀ ਤੁਹਾਡੇ ਤੋਂ ਸ਼ੁਰੂ ਹੋਏ ਜਾਂ ਤੁਹਾਡੇ ਤੋਂ ਪਹਿਲਾਂ ਵੀ ਗਾਏ ਜਾਂਦੇ ਸੀਗੇ ਤੁਹਾਡੀ? ਨਹੀਂ ਕੰਦੋਲਾ ਸਾਹਿਬ ਦੁਗਾਣਾ ਤਾਂ ਬੜੀ ਪੁਰਾਣੀ ਗਾਇਕੀ ਹੈ, ਲੋਕ ਗਾਉਂਦੇ ਰਹੇ ਨੇ ਕਿਉਂਕਿ ਥੀਏਟਰ ਹੁੰਦਾ ਸੀ ਜਦੋਂ ਨਾ ਥੀਏਟਰ ਵਿੱਚ ਵੀ ਦੁਗਾਣੇ ਚੱਲਦੇ ਹੁੰਦੇ ਸੀਗੇ। ਮੇਰੇ ਦੁਗਾਣੇ ਦੀ ਸਿਰਫ ਫਰਕ ਇਹ ਰਿਹਾ ਵੀ ਮੈਂ ਬਹੁਤ ਸਾਊ ਜਿਹੀ ਕਿਸਮ ਦਾ ਬੰਦਾ ਸੀ। ਜਦੋਂ ਮੈਂ ਬਹੁਤ ਗਰੀਬ ਕਰੂੰਗਾ ਜਦੋਂ ਮੈਨੂੰ ਸਟੇਜ 'ਤੇ ਲਿਜਾਇਆ ਗਿਆ ਕਿਸੇ ਲੜਕੀ ਨਾਲ ਗਾਉਣ ਵਾਸਤੇ ਮੈਂ ਮਹੀਨਾ ਭਰ ਗਾਇਆ ਉੱਥੇ। ਬਾਅਦ ਦੇ ਵਿੱਚ ਮੈਨੂੰ ਜਿਹੜਾ ਉਹ ਪਾਰਟੀ ਦਾ ਮਾਲਕ ਸੀ ਉਹ ਕਹਿੰਦਾ ਬਈ ਸਦੀਕ ਤੈਨੂੰ ਪਾਰਟੀ 'ਚੋਂ ਕੱਢਣ ਦੀਆਂ ਸਕੀਮਾਂ ਚੱਲ ਰਹੀਆਂ ਨੇ। ਤੇ ਮੈਂ ਬੜਾ ਹੈਰਾਨ ਹੋਇਆ। ਮੈਂ ਨੌਕਰੀ ਛੱਡ ਕੇ ਆਇਆ ਸੀਗਾ ਗੌਰਮੈਂਟ ਦੀ। ਉਹ ਮੈਂ ਕਿਹਾ ਜਨਾਬ ਤੁਸੀਂ ਮੈਨੂੰ ਲੈ ਕੇ ਆਏ ਹੋ, ਤੁਹਾਡੀ ਇਹ ਪਾਰਟੀ ਹੈ ਤੇ ਸਕੀਮਾਂ ਕੱਢਣ ਦੀਆਂ ਕੌਣ ਕਰੀ ਜਾਂਦਾ?
या तो तुसी करते हो कोई स्कीम हाँ जी है जी छोटे बंदा कोई स्कीम नहीं कर सकता कह लगे नहीं वो लड़की गाँव वाली कहती है एक तो है काला पीला जिहा सेहत भी मेरी बहुत कमजोर सी ते दूजे ये संगाऊ जिहा हैगा डर के खड़ा नहीं सीधा ते काम चलना नहीं है ठीक नहीं है लोग पढ़ाई नहीं करते मैं कहा जी यही गल है या कोई होर गल है कहते भी आही गल है कंदोला साहब मैं सी ड्रामा आर्टिस्ट ठीक है ड्रामा आर्टिस्ट सीगा भी फिर मेरे मन का शैतान जाग पिया यार ਇਹਦਾ ਮਤਲਬ ਹੈ ਸਾਦੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈ ਉਹ ਜਦੋਂ ਸਟੇਜ ਤੇ ਗਏ ਨਾ ਉਹ ਕੁੜੀ ਨੇ ਜਦੋਂ ਕਿਹਾ ਨਾ ਉਹ ਬੁੱਢੇ ਦਾ ਬੋਲ ਸੀ ਵੇ ਮੈਂ ਲੈਣ ਮੁਕਲਾ ਨਹੀਂ ਮੈਂ ਲੈਣ ਮੁਕਲਾਵਾ ਤੇਰਾ ਆਇਆ ਬੋਲੀਏ ਮੈਂ ਲੈ ਕੇ ਜਾਣਾ ਉਹ ਕੁੜੀ ਦੇ ਬੋਲ ਸੀ ਉਹ ਨਹੀਂ ਹੋ ਜਾਣਾ ਤੇ ਮੇਰੇ ਬੋਲ ਸੀ ਮੈਂ ਲੈ ਕੇ ਜਾਣਾ ਫਿਰ ਮੈਂ ਇੱਥੇ ਹੱਥ ਰੱਖ ਕੇ ਮੈਂ ਲੈ ਕੇ ਜਾਣਾ ਮੈਂ ਜਦੋਂ ਮੈਂ ਕੀਤਾ ਨਾ ਉਹ ਕੁੜੀ ਕੰਮ ਕੀ ਵਿਆਹ ਵੀ ਹੋ ਗਿਆ ਹੈ ਜੀ ਉਹ ਵਿਚਾਰੀ ਘਬਰਾ ਗਈ ਵੀ ਇਹ ਉਹੀ ਬੰਦਾ ਜਿਹੜਾ ਮਹੀਨਾ ਪਹਿਲਾਂ ਕਹੀ ਜਾਂਦਾ ਸੀ ਹਾਂਜੀ ਇੰਨਾ ਕਰਨ ਦੀ ਦੇਰ ਸੀ ਲੋਕ ਹਾ ਹਾ ਹੀ ਉਹ ਕੁੜੀ ਇੰਨਾ ਘਬਰਾ ਗਈ ਉਹ ਤਾਂ ਪੂਰਾ ਗੀਤ ਬਣਾ ਗਿਆ ਹੈ ਜੀ ਤੇ ਉਹਦਾ ਜਿਹੜਾ ਗੋਡਫਾਦਰ ਸੀ ਉਹਨੂੰ ਦੱਸਣ ਵਾਲਾ ਉਹ ਮੈਨੂੰ ਕਹਿ ਜਾਵੇ ਉਹ ਯਾਰ ਕਿਹਨਾਂ ਲਗਾ ਕੁੜੀ ਨੂੰ ਗਾਉਣ ਦੇ ਕੁੜੀ ਨੂੰ ਗਾਉਣ ਦੇ ਮੈਂ ਕਿਹਾ ਮੈਂ ਤਾਂ ਕਿਸੇ ਨੂੰ ਕੁਛ ਨਹੀਂ ਕਿਹਾ ਭਰਾ ਗਾਈ ਦਾ ਗੌਰ ਕਰੋ ਤੁਸੀਂ ਮੈਨੂੰ ਕਹਿ ਜੀ ਸ਼ਰਾਰਤ ਕਰ ਮੈਂ ਕਰਤੀ ਹੈ ਜੀ ਉਸ ਤੋਂ ਮਗਰੋਂ ਮੈਂ ਦੇਖਿਆ ਬਈ ਫਿਲਮ ਦੇ ਵਿੱਚ ਐਕਟਿੰਗ ਨੂੰ ਲੋਕ ਪਸੰਦ ਕਰਦੇ ਨੇ ਤੇ ਮੈਂ ਸਟੇਜ ਤੇ ਸ਼ੁਰੂ ਕਰ ਦਿੱਤੀ ਦੂਜੀ ਗੱਲ ਇਹ ਸੀ ਵੀ ਗੀਤ ਵਿੱਚ ਜਦ ਤੱਕ ਕੋਈ ਕਹਾਣੀ ਨਹੀਂ ਹੈ ਜਦ ਤੱਕ ਉਹਦੇ ਵਿੱਚ ਪਰਫਾਰਮ ਕਰਨ ਵਾਸਤੇ ਕੋਈ ਚੀਜ਼ ਨਹੀਂ ਹੈ ਮੈਂ ਉਹ ਗੀਤ ਹੀ ਸਟੇਜ ਤੇ ਗਾਉਂਦਾ ਸੀ ਚਾਹੇ ਸੈਡ ਸੌਂਗ ਹੋਵੇ ਹੈ ਚਾਹੇ ਉਹ ਕਿਸੇ ਅਮਲੀ ਦਾ ਗੀਤ ਹੋਵੇ ਚਾਹੇ ਦਿਓਰ ਭਰਜਾਈ ਦਾ ਹੋਵੇ ਚਾਹੇ ਜੇਠ ਭਰਜਾਈ ਦਾ ਹੋਵੇ ਜਦ ਤੱਕ ਉਹਦੇ ਵਿੱਚ ਡਰਾਮਾ ਨਹੀਂ ਹੈ ਮੈਂ ਉਹ ਗੀਤ ਲਾਇਕ ਨਹੀਂ ਸੀ ਕਰਦਾ ਉਹ ਫਿਰ ਜਦੋਂ ਮੈਨੂੰ ਸਮਝ ਆ ਜਾਂਦੀ ਆਹ ਗੀਤ ਦੇ ਵਿੱਚ ਡਰਾਮਾ ਆਏਗਾ ਤਾਂ ਮੈਂ ਡਰਾਮਾ ਕਰਕੇ ਪੇਸ਼ ਕਰਦਾ ਸੀ ਕਿਉਂਕਿ ਲਾਇਕ ਕਰਦੇ ਸੀ ਆਹ ਗੱਲ ਹੋਰ ਕੋਈ ਖਾਸ ਗੱਲ ਨਹੀਂ ਤੁਸੀਂ ਦੱਸਿਆ ਕਿ ਤੁਸੀਂ ਪਹਿਲਾਂ ਗਾਉਣ ਤੋਂ ਪਹਿਲਾਂ ਸਰਕਾਰੀ ਜੌਬ ਤੇ ਸੀਗੇ ਸੋ ਤੁਸੀਂ ਕਿਸ ਮਹਿਕਮੇ ਸੀਗੇ ਗਾਉਣ ਤੋਂ ਪਹਿਲਾਂ ਜੀ ਮੈਂ ਪਬਲਿਕ ਰਿਲੇਸ਼ਨ ਦੇ ਵਿੱਚ ਸੀਗਾ ਬਤੌਰ ਆਰਟਿਸਟ ਭਰਤੀ ਹੋਇਆ ਸੀਗਾ ਕਿਹੜੇ ਇਲਾਕੇ 'ਚ ਮੈਂ ਸੰਗਰੂਰ ਸੀਗਾ ਸੰਗਰੂਰ ਹਾਂ ਫਿਰ ਮੈਨੂੰ ਉਹਨਾਂ ਨੇ ਡਰਾਮਾ ਇੰਸਟ੍ਰਕਟਰ ਮਤਲਬ ਪ੍ਰਮੋਟ ਕਰ ਦਿੱਤਾ ਮੈਂ ਕੁਝ ਦਿਨ ਡਰਾਮਾ ਇੰਸਟ੍ਰਕਟਰ ਵੀ ਰਿਹਾ ਫਿਰ ਜਦੋਂ ਮੇਰਾ ਸਟੇਜ ਦੇ ਉੱਤੇ ਵਾਹਵਾ ਚੰਗਾ ਥੋੜਾ ਜਿਹਾ ਤਜਰਬਾ ਵੀ ਹੋ ਗਿਆ ਹੈ ਜੀ ਤੇ ਰੇਡੀਓ ਤੇ ਗਾਉਣ ਨਾਲ ਮੇਰਾ ਨਾਮ ਵੀ ਹੋ ਗਿਆ ਕਿਉਂਕਿ ਉਹ ਰੇਡੀਓ ਸਿੰਗਰ ਕਹਾਉਣਾ ਬਹੁਤ ਔਖਾ ਸੀ ਜਿਹੜਾ ਰੇਡੀਓ ਤੇ ਸਿਲੈਕਟ ਹੁੰਦਾ ਸੀ ਉਹੀ ਸਿੰਗਰ ਸੀ ਬਾਕੀ ਬੰਦੇ ਨੂੰ ਨਾ ਗਾਉਣ ਦੀ ਹਿੰਮਤ ਸੀ ਨਾ ਕੋਈ ਗਾਉਂਦਾ ਸੀ ਗਾਉਂਦਾ ਵੀ ਨਹੀਂ ਸੀ ਹੁੰਦਾ ਕੋਈ ਜਿਹੜਾ ਰੇਡੀਓ ਕਿਉਂਕਿ ਰੇਡੀਓ ਦੇ ਉੱਤੇ ਜਦੋਂ ਆਡੀਸ਼ਨ ਹੁੰਦਾ ਸੀ ਨਾ ਬਾਕਾਇਦਾ ਉੱਤੇ ਪੈਨਲ ਬੈਠਦਾ ਸੀ 7-8 ਬੰਦਿਆਂ ਦਾ ਜਦ ਤੱਕ ਉਹ ਪਾਸ ਨਹੀਂ ਸੀ ਕਰਦੇ ਹੈ ਜੀ ਬੰਦਾ ਗਾਉਂਦਾ ਹੀ ਨਹੀਂ ਸੀਗਾ ਮਾਤਾ ਸਾਹਿਬ ਤੋਂ ਪਾਸ ਹੋਇਆ ਸੀਗਾ ਇਸ ਕਰਕੇ ਸਿੱਖਿਆ ਵੀ ਸੀਗਾ ਪ੍ਰੈਕਟਿਸ ਵੀ ਸੀਗੀ ਉੱਥੋਂ ਪਾਸ ਵੀ ਹੋਏ ਸੀਗੇ ਹੌਸਲਾ ਬੁਲੰਦ ਸੀਗਾ ਹਾਂਜੀ ਨੌਜਵਾਨ ਸੀਗੇ ਕੁਛ ਕਰਨ ਦੀ ਅੰਦਰ ਤਾਂਘ ਸੀਗੀ ਤਾਂ ਹੌਲੀ ਹੌਲੀ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਗਈਆਂ ਸਭ ਤੋਂ ਵੱਡੀ ਗੱਲ ਗਰੀਬੀ ਸੀਗੀ ਗਰੀਬੀ ਨੂੰ ਪਛਾੜਨ ਦਾ ਇੱਕੋ ਹੀ ਤਰੀਕਾ ਸੀ ਮਿਹਨਤ ਕਰੋ ਉਹ ਮੈਂ ਕਰੀ ਗਿਆ ਤੇ ਅੱਜ ਤੁਹਾਡੇ ਸਾਹਮਣੇ ਸੋ ਤੁਸੀਂ ਪੰਜਾਬ 'ਚ ਕਿਹੜੇ ਇਲਾਕੇ ਜੀ ਮੇਰਾ ਜਨਮ ਸਥਾਨ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਕਰਨਾਮਪੁਰ ਕਟਾਣੀ ਹੈ ਜੀ ਮਸ਼ਹੂਰ ਪਿੰਡ ਹੈ ਗੁਰਦੁਆਰਾ ਰੇਣੂ ਸਾਹਿਬ ਉੱਥੇ 10ਵੀਂ ਪਾਤਸ਼ਾਹੀ ਦਾ ਇਤਿਹਾਸਕ ਗੁਰਦੁਆਰਾ ਉੱਥੇ ਮੇਰਾ ਜਨਮ ਹੋਇਆ ਸੀਗਾ ਜਦੋਂ ਪਾਕਿਸਤਾਨ ਬਣਿਆ ਉਦੋਂ ਮੇਰੇ ਮਾਂ-ਬਾਪ ਸਾਨੂੰ ਲੈ ਕੇ ਮਤਲਬ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉਹ ਪਾਕਿਸਤਾਨ ਜਾਣ ਲੱਗੇ ਸੀਗੇ ਜਦੋਂ ਮਲੇਰਕੋਟਲੇ ਪਹੁੰਚੇ ਉੱਥੋਂ ਗੱਡੀ ਨਿਕਲਦੀ ਤੇ ਕਹਿੰਦੇ ਵੀ ਇਹ ਆਖਰੀ ਗੱਡੀ ਸੀਗੀ ਜਿਹੜੀ ਪਾਕਿਸਤਾਨ ਜਾਣੀ ਸੀ ਹਾਂਜੀ ਤੁਸੀਂ ਖੁੰਝ ਗਏ ਉਹ ਬੜਾ ਇੱਕ ਅੱਛਾ ਇੱਕ ਮੁੰਡਾ ਹੈਗਾ ਚੰਨਾ ਅਲਮੀਰੀਆ ਉਹਨੇ ਲੇਖ ਵੀ ਲਿਖਿਆ ਸੀਗਾ ਮੇਰੇ ਬਾਰੇ ਕਹਿੰਦਾ ਭਾਵੇਂ ਗੱਡੀ ਉਹ ਖੁੰਝ ਗਿਆ ਪਰ ਮੰਜ਼ਿਲ ਤੇ ਪੁੱਜ ਗਿਆ ਮੈਂ ਕਿਹਾ ਚਲੋ ਉੱਥੇ ਫਿਰ ਅਸੀਂ ਮਲੇਰਕੋਟਲੇ ਦੇ ਕੋਲ ਹੀ ਪਿੰਡ ਕੁੱਪ ਹੈ ਉੱਥੇ ਰਹਿਣ ਲੱਗੇ ਉੱਥੇ ਮੈਂ ਪੜ੍ਹਾਈ ਸ਼ੁਰੂ ਕੀਤੀ ਹਾਂਜੀ ਉੱਥੇ ਹੌਲੀ ਹੌਲੀ ਹਾਈ ਸਕੂਲ ਲੱਗ ਗਿਆ ਫਿਰ ਪਬਲਿਕ ਰਿਲੇਸ਼ਨ ਵਾਲੇ ਲੈ ਗਏ ਇਸ ਤਰ੍ਹਾਂ ਸੋ ਤੁਸੀਂ ਕਾਫੀ ਫਿਲਮਾਂ ਵਿੱਚ ਵੀ ਕੰਮ ਕੀਤਾ ਤਕਰੀਬਨ ਕਿੰਨੀਆਂ ਫਿਲਮਾਂ ਵਿੱਚ ਤੁਸੀਂ ਗਾ ਚੁੱਕੇ ਹੋ ਜਾਂ ਕਿੰਨੀਆਂ ਫਿਲਮਾਂ ਵਿੱਚ ਤੁਸੀਂ ਕੰਦੋਲਾ ਸਾਹਿਬ ਮੈਂ ਮੇਰੇ ਖਿਆਲ 8-10 ਫਿਲਮਾਂ ਕੀਤੀਆਂ ਨੇ ਜਿਨ੍ਹਾਂ ਵਿੱਚ 7-8 ਫਿਲਮਾਂ 'ਚ ਮੈਂ ਗਾਇਆ ਵੀ ਹੈ 5-6 ਫਿਲਮਾਂ ਦਾ ਮੈਂ ਮਿਊਜ਼ਿਕ ਵੀ ਕੰਪੋਜ਼ ਕੀਤਾ ਤੇ 8-10 ਫਿਲਮਾਂ 'ਚ ਮੈਂ ਐਕਟਿੰਗ ਕੀਤੀ ਹੈ ਐਕਟਿੰਗ ਮੈਨੂੰ ਕਦੇ ਕਾਮੇਡੀ ਵਾਸਤੇ ਕਹਿ ਦਿੰਦੇ ਸੀਗੇ ਕਦੇ ਮੈਨੂੰ ਬਹੁਤ ਹੀ ਜ਼ਾਲਮ ਤਸ਼ੱਦਦ ਕਰਨ ਵਾਲੇ ਥਾਣੇਦਾਰ ਦੀ ਭੂਮਿਕਾ ਦੇ ਦਿੰਦੇ ਸੀਗੇ ਕਦੇ ਮੈਨੂੰ ਉਹ ਜਿਹੜਾ ਜਿਉਣੇ ਮੋੜ ਦਾ ਗੋਡਫਾਦਰ ਸੀ ਚਤਰਾ ਕਦੇ ਉਹਦਾ ਰੋਲ ਦੇ ਦਿੰਦੇ ਸੀਗੇ ਜਿਹੜੀ ਕੁਦਰਤੀ ਗੱਲ ਹੈ ਵੀ ਮੈਨੂੰ ਜੋ ਰੋਲ ਦਿੱਤਾ
ਮੇਰੀ ਸ਼ਕਲ ਸੂਰਤ ਕਹਿ ਲਓ ਜਾਂ ਪਰਮਾਤਮਾ ਦੀ ਬਖਸ਼ਿਸ਼ ਕਹਿ ਲਓ, ਉਹ ਮੇਰੇ ਤੇ ਢੁੱਕ ਜਾਂਦਾ ਸੀਗਾ। ਇਹ ਮੈਂ ਇਹ ਸਮਝਦਾ ਵੀ ਡਾਇਰੈਕਟਰ ਸਾਹਿਬ ਦੀ ਨਜ਼ਰ ਪਛਾਣ ਜਾਂਦੀ ਸੀ ਵੀ ਇਹ ਬੰਦਾ ਇਹੋ ਜਿਹਾ ਕੁਛ ਕਰੂਗਾ ਕਿ ਨਹੀਂ ਕਰੂਗਾ, ਹੈ ਜੀ। ਮੈਨੂੰ ਹੁਣ ਤੱਕ ਗੱਲ ਚੇਤੇ ਹੈ, ਤੁਸੀਂ ਕਹੋਗੇ ਲੰਬੀ ਗੱਲ ਛੇੜ ਲਈ। ਜਦੋਂ ਜਿਉਣਾ ਮੋੜ ਫਿਲਮ ਬਣਦੀ ਸੀ, ਜਿਹੜਾ ਮੁੰਡਾ ਜਿਉਣਾ ਮੋੜ ਬਣਿਆ ਗੁੱਗੂ ਗਿੱਲ, ਉਹਦੇ ਪਿਤਾ ਜੀ ਦੇਖ ਰਹੇ ਸੀਗੇ ਸ਼ੂਟਿੰਗ ਨੂੰ। ਜਦੋਂ ਉਹਨੇ ਸਾਰਾ ਦਿਨ ਸ਼ੂਟਿੰਗ ਦੇਖੀ ਤੇ ਮੁੜ ਕੇ ਪੁੱਛਣ ਲੱਗ ਗਏ ਉਹਨੂੰ, ਤੁਹਾਨੂੰ ਕੀ ਲੱਗਿਆ ਜੀ ਚੰਗਾ? ਕਹਿੰਦਾ ਮੈਨੂੰ ਤਾਂ ਯਾਰ ਤੁਹਾਡਾ ਚਤਰਾ ਚੰਗਾ ਲੱਗਿਆ, ਅਸਲੀ ਜਿਹਾ ਲੱਗੀ ਜਾਂਦਾ। ਕਹਿੰਦਾ ਦਿਲੋਂ ਸ਼ੂਟਿੰਗ ਕਰਦਾ, ਮੈਂ ਕਹਿੰਦਾ ਅਸਲੀ ਜਿਹਾ ਲੱਗੀ ਜਾਂਦਾ। ਮੇਰੇ ਕਹਿਣ ਦਾ ਮਤਲਬ ਹੈ ਵੀ ਡਾਇਰੈਕਟਰ ਦੀ ਨਜ਼ਰ ਪਛਾਣ ਕੇ ਮੈਨੂੰ ਰੋਲ ਦੇ ਦਿੰਦੇ ਸੀਗੇ। ਉਹ ਕੁਦਰਤੀ ਤੌਰ ਤੇ ਮੈਂ ਉਹ ਮਿਹਨਤ ਨਾਲ ਭੁਗਤਾ ਦਿੰਦਾ ਸੀਗਾ। ਤੇ ਮੇਰੀਆਂ ਜਿੰਨੀਆਂ ਫਿਲਮਾਂ ਸੈਦਾ ਜੋਗਨ, ਰਾਣੋ, ਗੁੱਡੋ, ਪਟੋਲਾ, ਜਿਉਣਾ ਮੋੜ, ਪੁੱਤ ਜੱਟਾਂ ਦੇ, ਇਹ ਸਾਰੀਆਂ ਸੁਪਰਹਿੱਟ ਫਿਲਮਾਂ। ਸੋ ਤੁਸੀਂ ਫਿਲਮਾਂ ਦੇ ਵਿੱਚੋਂ ਜਾਂ ਤੁਹਾਡੀ ਆਪਣੀ ਗਾਇਕੀ ਦੇ ਤੁਹਾਡੇ ਜਿੰਨੇ ਵੀ ਸਫ਼ਰ ਹੋਏ ਦੁਨੀਆ ਵਿੱਚ ਤੁਸੀਂ ਗਏ ਹੋ ਵੱਖ ਹੋ ਜਗ੍ਹਾ ਤੇ ਜੀ, ਕੋਈ ਲਾਈਫ ਦਾ ਇਹੋ ਜਿਹਾ ਪਲ ਜਿੱਥੇ ਤੁਸੀਂ ਬਹੁਤ ਜ਼ਿਆਦਾ ਫੀਲ ਗੁੱਡ ਕੀਤਾ ਹੋਵੇ, ਜਿੱਥੇ ਮੈਂ ਜ਼ਿਆਦਾ ਤੁਸੀਂ ਮਤਲਬ ਤੁਸੀਂ ਸੋਚਿਆ ਵੀ ਤੁਸੀਂ ਆਪਣੇ ਮੁਕਾਮ ਤੇ ਪਹੁੰਚ ਗਏ ਹੋ ਜਾਂ ਤੁਹਾਨੂੰ ਬਹੁਤ ਚੰਗਾ ਲੱਗਾ? ਕੋਈ ਇਹੋ ਜਿਹਾ ਸਟੇਜ ਸ਼ੋ ਜਾਂ ਇਹੋ ਜਿਹਾ ਕੋਈ ਫਿਲਮ ਜਾਂ ਕੋਈ? ਕਮਦੂਰਾ ਸਾਹਿਬ, ਤ੍ਰਿਪਤੀ ਨਹੀਂ ਹੋਈ ਹੈ, ਬਹੁਤ ਕੁਛ ਕਰਨ ਨੂੰ ਜੀ ਕਰਦਾ ਹੈ। ਸ਼ਾयद उम्र और समा भी इजाजत ना देता हो, लेकिन हाल भी मन च बहुत कुछ है और बहुत कुछ करना बाकी भी है जी। आदमी जिंदगी भर करता ही रहे तो अच्छी गल है। मैं तो हम तक भी सीखी जाना। मैं जो कोई बच्चा कोई अच्छा काम करता मैं उदों भी कुछ ना कुछ ग्रहण कर लेना, सियाणा तो ग्रहण करना ही करता। इस करके ही मेरा ख्याल है शायद 40 साल तो मेरे लोग सुन भी रहे हैं, क्योंकि मैं अपने आप को संपूर्ण कदम नहीं समझे। ਸਦੀਕ ਸਾਹਿਬ, ਵਾਕਈ ਤੁਹਾਡੀਆਂ ਇਹ ਗੱਲਾਂ ਸਲਾਹਯੋਗ ਨੇ। ਤੁਸੀਂ ਸਾਡੇ ਵਿਊਅਰਸ ਨਾਲ ਕੋਈ ਇਹੋ ਜਿਹੀ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੁੰਦੇ ਹੋ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਕੀ ਤੁਹਾਡੀ ਪਲੈਨਿੰਗ, ਕਿਸੇ ਫਿਲਮ ਇੰਡਸਟਰੀ ਜਾਂ ਗਾਉਣ ਦੇ ਵਿੱਚ ਤੁਸੀਂ ਕਿਹੜੀਆਂ ਐਲਬਮ ਹੋਰ ਲੈ ਕੇ ਆ ਰਹੇ ਹੋ? ਤੁਹਾਡੇ ਪਿੱਛੇ ਡੀਵੀਡੀ ਆਈ ਸੀ, ਹਰ ਇੱਕ ਹੀ ਪਰਿਵਾਰ ਦੇ ਵਿੱਚ ਉਹ ਵੇਖੀ ਗਈ ਹੈ, ਸੁਣੀ ਗਈ ਹੈ। ਸੋ ਕੁਝ ਤੁਹਾਡੇ ਆਉਣ ਵਾਲੇ ਪਲ ਤਾਂ ਕਿ ਜਿਹੜੇ ਦਰਸ਼ਕ ਸਰੋਤੇ ਉਹ ਵੀ ਵੇਖਦੇ ਰਹਿਣ ਕਿ ਸਦੀਕ ਸਾਹਿਬ। ਕਦੜਾ ਸਾਹਿਬ ਮੇਰੇ ਦਿਲ ਦਿਮਾਗ ਦੇ ਵਿੱਚ ਹੈ, ਇੱਕ ਤਾਂ ਜੇ ਮੈਨੂੰ ਕੋਈ ਵਧੀਆ ਰੋਲ ਮਿਲ ਜਾਵੇ ਨਾ ਫਿਲਮ ਦੇ ਵਿੱਚ, ਬਹੁਤ ਅੱਛਾ, ਜਿਹਨੂੰ ਕਮ ਸੇ ਕਮ ਠੀਕ ਹੈ ਜਿਹੜੇ ਰੋਲ ਕੀਤੇ ਨੇ ਲੋਕਾਂ ਨੇ ਸਲਾਹੇ ਨੇ ਠੀਕ ਰਹੇ ਨੇ, ਮੇਰੇ ਮਨ ਦੀ ਤ੍ਰਿਪਤੀ ਨਹੀਂ ਆ ਹਾਲੇ। ਜਾਂ ਤਾਂ ਮੈਂ ਉਹ ਕਰਨਾ ਚਾਹੁੰਦਾ, ਜਾਂ ਫਿਰ ਕਿਸੇ ਬਹੁਤ ਹੀ ਅੱਛੇ ਗੀਤਕਾਰ, ਬਾਬੂ ਸਿੰਘ ਮਾਨ ਵਰਗੇ ਗੀਤਕਾਰ ਦੇ ਗੀਤ ਮਿਲਣ, ਹਾਂਜੀ, ਮੈਂ ਉਹਨਾਂ ਨੂੰ ਕੰਪੋਜ਼ ਪਹਿਲਾਂ ਵੀ ਕੀਤੇ ਨੇ। ਅਸੀਂ ਇਹਨਾਂ ਦੇ ਬੜੇ ਵਿੱਚ ਅੱਖੀਆਂ ਲਾ ਬੈਠੇ ਹੈ ਜੀ। ਉਹ ਐਸੇ ਗੀਤ ਨੇ, ਉਹ ਜਦੋਂ ਕਈ ਵਾਰੀ ਆਪਣੇ ਇਕੱਲੇ ਬੈਠ ਕੇ ਸੁਣੀਦਾ ਤੇ ਸੋਚੀਦਾ ਨਹੀਂ ਯਾਰ ਕੁਛ ਕੀਤਾ ਹੈ, ਕੁਛ ਹੋਰ ਵੀ ਕਰੀਏ। ਮੇਰਾ ਭਾਵ ਕਹਿੰਦਾ ਵੀ ਹਾਲੇ ਕਰਨ ਨੂੰ ਬੜਾ ਕੁਛ ਕਰਨ ਨੂੰ ਜੀ ਤਾਂ ਕਰਦਾ ਹੈ। ਦੇਖੋ ਪਰਮਾਤਮਾ ਦੀ ਕੀ ਮਰਜ਼ੀ ਹੈ, ਕੋਈ ਚੀਜ਼ ਕੋਈ ਵੇਲਾ ਹੱਥ ਜੇ ਆਊਗਾ ਤਾਂ ਜ਼ਰੂਰ ਕਰੂੰਗਾ। ਸੋ ਤੁਸੀਂ ਜਿਹੜੇ ਦੁਗਾਣਿਆਂ ਦਾ ਤੁਹਾਡਾ ਜੋ ਉਹ ਸਫ਼ਰ ਸੀਗਾ ਜੀ, ਦੇਖੋ ਤੁਹਾਨੂੰ ਪਤਾ ਹੈ ਕਿ ਪਿਛਲੇ ਤਕਰੀਬਨ 1.5-2 ਦਹਾਕੇ ਕਾਫੀ ਇਹ ਬੰਦ ਵੀ ਰਿਹਾ ਜੀ। ਦੁਬਾਰਾ ਫਿਰ ਵਾਪਸੀ ਜਦੋਂ ਤੁਰਿਆ, ਜਦੋਂ ਵੀ ਦੁਗਾਣਿਆਂ ਦਾ ਨਾਮ ਆਈਦਾ ਤੁਹਾਡਾ ਨਾਮ ਹਮੇਸ਼ਾ ਪਹਿਲਾਂ ਆਉਂਦਾ ਕਿ ਸਦੀਕ ਸਾਹਿਬ ਦਾ ਜੋ ਤੁਹਾਡੀ ਜੋੜੀ ਜਿੰਨੀ ਵੀ ਕਬੂਲ ਹੋਈ ਸੀਗੀ। ਸੋ ਜਿਹੜਾ ਉਦੋਂ ਜਦੋਂ ਦੁਗਾਣੇ ਤੁਸੀਂ ਸ਼ੁਰੂ ਕੀਤੇ ਹੈ ਜੀ, ਉਸ ਵੇਲੇ ਕਿਹੜੀਆਂ ਜੋੜੀਆਂ ਸੀਗੀਆਂ ਤੁਹਾਡੇ ਵੇਲੇ ਜਿਹੜੀਆਂ ਮਕਬੂਲ ਸੀਗੀਆਂ ਤੇ ਤੁਸੀਂ ਵੀ ਉਸ ਵਿੱਚ ਜਾ ਸ਼ਾਮਲ ਹੋਏ? ਮਕਬੂਲ ਜੋੜੀ ਤਾਂ ਜੀ ਸਾਡੇ ਵਿੱਚੋਂ ਖੈਰ ਜਿਹਦਾ ਸਭ ਤੋਂ ਜ਼ਿਆਦਾ ਗੀਤ ਪਹਿਲਾਂ ਚੱਲਿਆ ਉਹ ਚਾਂਦੀ ਰਾਮ ਤੇ ਸ਼ਾਂਤੀ ਸੀ। ਅੱਛਾ, ਹਾਂ, ਉਹਨਾਂ ਦਾ ਗੀਤ ਸੀਗਾ ਲੈ ਜਾ ਛੱਲੀਆਂ ਬਣਾ ਕੇ ਦਾਣੇ ਮਿੱਤਰਾ ਤੋੜਦੇ ਆ। ਬੜਾ ਸਿੱਧਾ ਜਿਹਾ ਗੀਤ ਸੀਗਾ, ਲੇਕਿਨ ਲੋਕਾਂ ਨੂੰ ਬਹੁਤ ਹੀ ਪਸੰਦ ਸੀਗਾ। ਉਸ ਤੋਂ ਮਗਰੋਂ ਹਰਚਰਨ ਗਰੇਵਾਲ ਜੀ ਨੇ ਸੁਰਿੰਦਰ ਕੌਰ ਜੀ ਨਾਲ ਕਈ ਗੀਤ ਗਾਏ, ਗੜਵਾਲੇ ਦੇ ਚਾਂਦੀ ਦਾ, ਕੋਟਲੇ ਮਿੱਤਰਾਂ ਦੀ ਚਰਬਨ ਨਾਲੇ ਚੱਲੀਏ, ਜਾਂ ਫਿਰ ਕਈ ਗੀਤ ਉਹਨੇ ਦੱਸੀਏ, ਮਤਲਬ ਮੈਨੂੰ ਸਾਰੇ ਜਿੱਤੇ ਨਹੀਂ ਹੈਗੇ ਹੈ ਜੀ। ਅਤੇ ਮਤਲਬ ਉਹ ਨਾਲ ਉਹ ਬਹੁਤ ਅੱਛੇ ਸੀਗੇ। ਉਸ ਤੋਂ ਮਗਰੋਂ ਮੈਨੂੰ ਮੌਕਾ ਮਿਲਿਆ, ਫਿਰ ਮੈਂ ਰਜਿੰਦਰ ਰਾਜਨ ਦੇ ਨਾਲ, ਸੁਰਿੰਦਰ ਕੌਰ ਜੀ ਨਾਲ, ਰਣਜੀਤ ਨਾਲ ਤਾਂ ਬਹੁਤ ਹੀ ਗਾਇਆ। 34 ਸਾਲ ਅਸੀਂ ਇਕੱਠੇ ਗਾਇਆ। ਹਾਂ, ਉਹ ਕੁਦਰਤੀ ਉਹਨਾਂ ਦੀ ਆਵਾਜ਼ ਦੀ ਪ੍ਰੋਬਲਮ ਹੋ ਗਈ, ਹਾਂਜੀ, ਅਸੀਂ ਰਹਿਦਾ ਹੋ ਗਏ। ਅਤੇ ਅਦਰਵਾਈਜ਼ ਮੈਂ ਜ਼ਿਆਦਾ ਉਹਨਾਂ ਨਾਲ ਹੀ ਗਾਇਆ। ਤੋ ਗੀਤ ਵੀ ਤਕਰੀਬਨ ਜਿਹੜੇ ਪਰਿਵਾਰਕ ਗੀਤ, ਪਰਿਵਾਰਕ ਤਾਂ ਮੇਰਾ ਭਾਵ ਇਹ ਹੈ ਜਿਹੜੇ ਸਾਡੀ ਜ਼ਿੰਦਗੀ ਜੋ ਆਮ ਵਾਪਰਦਾ ਹੈ, ਜਿਹਨੂੰ ਅਸੀਂ ਕਿਸੇ ਨੂੰ ਦੱਸ ਸਕਦੇ ਹਾਂ, ਸੁਣਾ ਸਕਦੇ ਹਾਂ, ਕਹਿ ਸਕਦੇ ਹਾਂ, ਸਿੰਪਲ ਜੀ ਗੱਲਾਂ।
ਤੇ ਉਹ ਜਿਹੇ ਗੀਤ ਮੈਂ ਲੱਭ ਲੈਂਦਾ ਸੀਗਾ ਜਾਂ ਅਗਲੇ ਦੇ ਜਾਂਦੇ ਸੀ ਵੀ ਆਹ ਗੀਤ ਉਹ ਠੀਕ ਗਾ ਦੂਗਾ। ਮੈਂ ਦੇਖ ਕੇ ਵੀ ਹਾਂ ਵੀ ਇਹ ਗਾਉਣ ਵਾਲਾ ਹੈਗਾ, ਮੈਂ ਗਾ ਦਿੰਦਾ ਸੀ। ਉਹ ਪਰਿਵਾਰਕ ਗੀਤ ਸੀਗੇ, ਇਸ ਕਰਕੇ ਸਾਰੇ ਲੋਕਾਂ ਨੂੰ ਚੰਗੇ ਲੱਗਦੇ ਸੀ। ਹੁਣ ਪਿੱਛੇ ਜਿਹੜਾ ਇੱਕ ਅਸੀਂ ਗੀਤ ਗਾਇਆ, ਮੈਂ ਤੇ ਸੁਖਜੀਤ ਨੇ ਗਾਇਆ, ਹੈ ਨਹੀਂ ਸੱਚੇ ਮੇਰੀਏ ਮੈਂ ਇੱਥੋਂ ਜੋਗਾ ਰਹਿ ਗਿਆ। ਉਹ ਗੀਤ ਲੋਕਾਂ ਨੇ ਇੰਨਾ ਪਸੰਦ ਕੀਤਾ ਹੈ ਜੀ। ਇੱਕ ਮਤਲਬ ਉਹ ਖਾਣ ਪੀਣ ਵਾਲਾ ਜਵਾਈਆ ਨੇ ਨਿਕਲਦਾ ਹੀ ਨਹੀਂ ਉੱਥੋਂ ਹੈ ਜੀ। ਉਹ ਸੱਸ ਇੱਕ ਦਿਨ ਬਹਾਨਾ ਆਉਂਦੀ ਕਹਿੰਦੀ ਵੀ ਕੱਲ ਤੇਰੇ ਪਿੰਡੋਂ ਮੈਨੂੰ ਆ ਕੇ ਕੋਈ ਸੁਨੇਹਾ ਦੇ ਗਿਆ ਹੈ, ਬੁੜੀ ਜੁੜੀ ਤੇਰੀ ਮਾਂ ਤੇਰੀ ਮਰ ਗਈ, ਚਵਾਲਾ ਸਾਹ ਲੈ ਗਿਆ। ਕਹਿੰਦਾ ਹੈ ਨਹੀਂ ਸੱਚੇ ਮੇਰੀਏ ਫਿਰ ਤਾਂ ਮੈਂ ਇੱਥੇ ਜੋਗਾ ਰਹਿ ਗਿਆ ਹੈ ਜੀ। ਉਹਦਾ ਜਾਣ ਤੋਂ ਪਹਿਲੇ ਨਾ ਕਰਦਾ ਸੀ। ਉਹ ਬੁੜੀ ਨੇ ਕਹਾਣੀ ਸੁਣਾ ਕੇ ਉਹਨੂੰ ਬਿਲਕੁਲ ਪੱਕਾ ਕਰਤਾ ਉੱਥੇ ਬੋਲ ਰਹਾ। ਕਹਿੰਦਾ ਵੀ ਹੁਣ ਤਾਂ ਮੈਂ ਕਿਤੇ ਜਾ ਹੀ ਨਹੀਂ ਸਕਦਾ ਕਿਉਂਕਿ ਘਰ ਵੀ ਟੰਗੇ, ਮਾਂ ਵੀ ਬਾਕੀ ਬੈਠੇ ਇੱਥੇ। ਉਹ ਲੋਕਾਂ ਨੇ ਇੰਟਰਨੈਟ ਕੀਤਾ। ਉਹ ਜਿਸ ਗੀਤ ਦੇ ਵਿੱਚ ਕਹਾਣੀ ਨਾ ਹੋਵੇ, ਜਿਸ ਗੀਤ 'ਚ ਡਰਾਮਾ ਨਾ ਹੋਵੇ, ਮੈਂ ਸਮਝਦਾ ਗੀਤ ਤਾਂ ਹੁੰਦਾ ਥੋੜਾ ਜਿਹਾ ਅਧੂਰਾ ਹੁੰਦਾ। ਸੋ ਤੁਸੀਂ ਅੱਜ ਤੱਕ ਕਿੰਨੇ ਕੁ 100 ਗੀਤ ਗਾ ਚੁੱਕੇ ਹੋ ਜਾਂ ਤੁਹਾਡੀ ਕਿੰਨੀਆਂ ਗੈਲਰੀਜ਼ ਹੈਗੀਆਂ? ਮੇਰਾ ਤਾਂ ਕੋਈ 1000-1200 ਬੰਦਾ ਮੈਂ ਕਹਿੰਦਾ ਗਿਣੇ ਨਹੀਂ ਹੈਗੇ। ਹਾਂਜੀ, ਕਿਉਂਕਿ ਜਿੰਨੇ ਵੀ ਤੁਹਾਡੇ ਗੀਤ ਨੇ ਉਹ ਇੱਕ ਪੰਜਾਬੀ ਕਲਚਰ ਦਾ ਇਤਿਹਾਸ ਵਾਂਗ ਹੀ ਨੇ, ਠੀਕ ਨਹੀਂ? ਆਉਣ ਵਾਲੇ ਸਮੇਂ ਵਿੱਚ ਵੀ ਇਹ ਤਾਂ ਜੀ ਲਿਖਣ ਵਾਲੇ ਨੂੰ ਬਾਬਾ ਦੇਣੇ ਚਾਹੀਦੇ ਜਿਹਨੇ ਲਿਖੇ ਨੇ। ਮੈਂ ਤਾਂ ਕਦੇ ਉਹ ਦੇਖ ਕੇ ਗਾ ਦਿੱਤੇ ਨੇ। ਫਿਰ ਵੀ ਇਹ ਵੀ ਤੁਹਾਡੀ ਹਿੰਮਤ ਨਾਲ ਹੀ ਉਹ ਸਾਰੇ ਵਿਊਜ਼ ਤੱਕ ਪਹੁੰਚੇ ਨੇ ਸਾਰੀ ਦੁਨੀਆ ਤੇ। ਠੀਕ ਹੈ, ਲੇਕਿਨ ਲਿਖਣ ਵਾਲੇ ਦੀ ਕਲਮ ਦੇ ਵਿੱਚ ਵੀ ਕਮਾਲ ਦੀ ਗੱਲ ਸੀ। ਉਹਨੇ ਨਵਾਂ ਸਬਜੈਕਟ ਲੈ ਕੇ ਉਹਨੂੰ ਪੇਸ਼ ਕੀਤਾ। ਤੁਸੀਂ ਸਭ ਤੋਂ ਵੱਧ ਕਿਸ ਰਾਈਟਰ ਦੇ ਗੀਤ ਗਾਏ? ਬਾਬੂ ਮਾਨ ਦੇ। ਬਾਬੂ ਮਾਨ, ਠੀਕ ਹੈ। ਬਹੁਤ ਵਧੀਆ ਸਦੀਕ ਸਾਹਿਬ, ਬਹੁਤ ਸਾਨੂੰ ਚੰਗਾ ਲੱਗਾ ਤੁਸੀਂ ਸਾਨੂੰ ਕੁਝ ਸਮਾਂ ਦਿੱਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਮਿਹਰਬਾਨੀ।